real exam question, January 19 evening slot ਦੇ ਵਿੱਚ question ਆ ਚੁੱਕਿਆ ਹੈ. So question is, in the last century when a human astronaut arrived on the moon, he said it is a big step for mankind. What some people say, it makes little or no difference to our daily life. To what extent do you agree or disagree? काफ़ी सारे स्टूडेंट्स ने इस टास्क ਦੇ ਵਿੱਚ ਕੁਝ ਚੈਲੰजेस ਫੇਸ ਕੀਤੇ ਆ ਤਾਂ ਕਿਹੜੇ-ਕਿਹੜੇ ਚੈਲੰजेस ਆ ਆਪਾਂ ਦੇਖਦੇ ਹਾਂ ਐਂਡ ਟਾਸਕ ਨੂੰ ਕਿੱਦਾਂ ਰਿਸਪੌਂਡ ਕਰਨਾ ਆਪਾਂ ਉਸ ਚੀਜ਼ ਤੇ ਵਰਕ ਕਰਾਂਗੇ. First, split the statement into two parts. First statement is up to here. That is, in the last century, कि पिछली century ਦੇ ਵਿੱਚ ਜਦੋਂ human astronaut moon ਤੇ arrive ਕੀਤੇ ਉੱਥੇ land ਕੀਤੇ ਸੀ, they said that it's a big step for mankind. They consider it as an achievement. इसमें एक as a achievement consider ਕੀਤਾ ਸੀਗਾ. And at the same time, there is a second part of the question. That is, some people say it makes little or no difference. ਤੇ ਕੁਝ ਲੋਕਾਂ ਨੂੰ ਲੱਗਦਾ ਕਿ ਇਹ ਕੋਈ ਜ਼ਿਆਦਾ ਡਿਫਰੈਂਸ ਨਹੀਂ ਦਿੰਦਾ, ਇਹਦੇ ਨਾਲ ਉਹਨਾਂ ਦੀ ਲਾਈਫ ਨੂੰ ਕੋਈ ਫਰਕ ਨਹੀਂ ਪੈਂਦਾ. ਠੀਕ ਹੈ, obviously there are some people who just want to get their rudimentary. ਕਾਫੀ ਸਾਰੇ ਇਦਾਂ ਦੇ ਲੋਕ ਨੇ ਜਿਨ੍ਹਾਂ ਨੇ ਸਿਰਫ ਆਪਣੀ ਡੇਲੀ ਨੀਡਸ ਤੱਕ ਲਿਮਿਟਡ ਨੇ ਨਾ. They think that it doesn't make any difference to their life. Further, question is, to what extent do you agree or disagree? ਤਾਂ ਸਟੂਡੈਂਟਸ ਕਦੀ ਵੀ ਅਗਰ ਆਪਾਂ ਨੂੰ ਇਦਾਂ ਦਾ ਕੁਐਸਚਨ ਆਉਂਦਾ ਕਿ ਜੀ ਐਗਜ਼ੈਕਟਲੀ ਆਪਾਂ ਉਸ ਵਿੱਚ ਕੀ ਕਰਨਾ ਕੀ ਨਹੀਂ ਕਰਨਾ, ਅਗਰ ਆਪਾਂ ਨੂੰ ਇਹ ਪ੍ਰੋਬਲਮ ਆਉਂਦੀ ਆ ਤਾਂ ਉਹਦੇ ਲਈ ਕੁਐਸਚਨ ਨੂੰ ਬ੍ਰੇਕ ਐਂਡ ਅੰਡਰਸਟੈਂਡ ਆਪਾਂ ਤਿੰਨ ਪਾਰਟਸ ਦੇ ਵਿੱਚ ਬ੍ਰੇਕ ਕੀਤਾ. ਫਰਸਟ ਪਾਰਟ, ਫਰਸਟ ਸਟੇਟਮੈਂਟ ਜੋ ਕਲੀਅਰ ਕਰ ਰਿਹਾ, ਸੈਕੰਡ ਪਾਰਟ ਕਿ ਕੁਝ ਲੋਕ ਬਾਕੀ ਦੇ ਕੀ ਸੋਚਦੇ ਆ, ਐਂਡ ਥਰਡ ਕਿ ਆਪਾਂ ਕਿਸ ਨਾਲ ਐਗਰੀ ਜਾਂ ਡਿਸਐਗਰੀ ਕਰਦੇ ਆ. ਕਲੀਅਰ. ਹੁਣ ਆਪਾਂ ਇਹਦਾ ਦੇਖਾਂਗੇ ਕਿ ਇੰਟਰੋ ਪੈਰਾ ਕਿੱਦਾਂ ਬਣਾਉਣਾ, ਪੈਰਾਫਰੇਜ਼ਿੰਗ ਕਿੱਦਾਂ ਕਰਾਂਗੇ, ਐਂਡ ਥੀਸਿਸ ਸਟੇਟਮੈਂਟ. ਥੀਸਿਸ ਸਟੇਟਮੈਂਟ ਦੇ ਵਿੱਚ ਆਪਾਂ ਕਲੀਅਰ ਕਰਾਂਗੇ ਕਿ ਕਿਸ ਵੇ ਨਾਲ ਅਸੀਂ ਅਕॉर्ड ਔਰ ਡਿਸਅਕॉर्ड ਹੋਣਾ, ਕਿਸ ਐਕਸਟੈਂਟ ਤੱਕ ਹੋਣਾ, ਐਂਡ ਉਹ ਥੀਸਿਸ ਸਟੇਟਮੈਂਟ ਸਾਡੀ ਐਗਜ਼ੈਕਟਲੀ ਕੀ ਹੋਏਗੀ ਉਹ ਚੀਜ਼ ਆਪਾਂ ਕਰਾਂਗੇ. ਸੋ ਯੈਸ ਸਟੂਡੈਂਟਸ, ਆਪਾਂ ਕਰਾਂਗੇ ਇੰਟਰੋ ਪੈਰਾ ਦੇ ਨਾਲ. ਇੰਟਰੋ ਪੈਰਾ ਦੇ ਵਿੱਚ ਆਪਣੇ ਕੋਲ ਆਉਂਦਾ ਪੈਰਾਫਰੇਜ਼ਿੰਗ ਐਂਡ ਥੀਸਿਸ ਸਟੇਟਮੈਂਟ. ਜ਼ਰੂਰੀ ਹੁੰਦਾ ਕਿ ਅਸੀਂ ਇਸ ਟਾਸਕ ਦੇ ਵਿੱਚ ਪੂਰੇ ਟਾਸਕ ਦੇ ਵਿੱਚ ਕੀ ਕਰਾਂਗੇ, ਸਾਡੇ BP1 ਐਂਡ BP2 ਦੇ ਵਿੱਚ ਇਨਫੋਰਮੇਸ਼ਨ ਕੀ ਹੋਏਗੀ ਇਹ ਦੱਸਣੀ ਬਹੁਤ ਜ਼ਰੂਰੀ ਆ. ਸੋ ਆਪਾਂ ਪੈਰਾਫਰੇਜ਼ਿੰਗ ਕਰਨੀ ਸੀ. ਪੈਰਾਫਰੇਜ਼ਿੰਗ ਦੇ ਵਿੱਚ ਆਪਣੇ ਕੋਲ ਇੱਕ ਸਟੇਟਮੈਂਟ ਦਾ ਫਰਸਟ ਪਾਰਟ ਸੀਗਾ that an achievement, a big step for mankind. ਤਾਂ ਆਪਾਂ ਪੈਰਾਫਰੇਜ਼ਿੰਗ ਦੇ ਵਿੱਚ ਕਰ ਰਹੇ ਹਾਂ owing to the advancement of technology. ਤੁਸੀਂ ਇਸ ਦੇ ਨਾਲ ਲਿਖ ਸਕਦੇ ਹੋ ਜਾਂ ਸਿੰਪਲੀ ਤੁਸੀਂ ਸਿੱਧਾ ਲਿਖ ਸਕਦੇ ਹੋ during the last century a landmark has been established. ਕਿ ਲਾਸਟ ਸੈਂਚੁਰੀ ਦੇ ਵਿੱਚ ਇੱਕ ਕੁਝ ਸਿਗਨੀਫੀਕੈਂਟ ਹੋਇਆ ਸੀਗਾ, ਇਸੇ ਕਰਕੇ ਮੈਂ ਲਿਖ ਰਿਹਾ ਹੈਗਾ landmark has been established. ਕਿੱਦਾਂ ਹੋਇਆ ਸੀ ਉਹ established? by exploring a new corner of the space ਦਾ ਇੱਕ ਨਵਾਂ ਕਾਰਨਰ. as ਕਦੋਂ ਹੋਇਆ ਉਹ? when astronaut have landed on the moon. ਅਗਰ ਤੁਸੀਂ ਫਰਦਰ ਨਾਲ ਲਿਖਣਾ ਚਾਹੁੰਦੇ ਹੋ for the first time, it's optional, you can write, otherwise when landed on the moon ਇੱਥੇ ਤੱਕ ਵੀ ਲਿਖ ਦੋਗੇ, ਕੋਈ ਪ੍ਰੋਬਲਮ ਨਹੀਂ ਹੈ. and it is regarded as one of the biggest achievement. ਇੱਥੇ ਇਹਨੂੰ ਇੱਕ significant achievement ਕਹਿ ਰਹੇ ਹਾਂ ਕਿ ਬਹੁਤ ਅਹਿਮ ਸੀਗਾ. ਠੀਕ ਹੈ, ਪਰ ਸਟੇਟਮੈਂਟ ਦੇ ਸੈਕੰਡ ਪਾਰਟ ਜਿੱਥੇ ਲੋਕ ਕਹਿੰਦੇ ਆ ਕਿ ਇਹਦੇ ਨਾਲ ਕੋਈ ਡਿਫਰੈਂਸ ਨਹੀਂ ਹੋਇਆ, ਠੀਕ ਹੈ, ਤਾਂ ਉਹਨੂੰ ਆਪਾਂ ਕਰਾਂਗੇ ਤਾਂ while on the other hand. ਠੀਕ ਹੈ ਜੀ, ਆਪਾਂ ਕਨੈਕਟਰ ਦੇ ਰਹੇ ਹਾਂਗੇ ਦੂਸਰੇ ਵਾਲਾ ਕਿ ਉਸੇ ਟਾਈਮ ਤੇ ਕੁਝ ਹੋਰ ਲੋਕ ਨੇ who feel that it does not make any effect on their life. They do not realize any of its significance. ਜੋ ਦੇਖਦੇ ਕਿ ਇਸ ਨਾਲ ਉਹਨਾਂ ਦੀ ਲਾਈਫ ਤੇ ਕੋਈ ਫਰਕ ਨਹੀਂ ਪੈ ਰਿਹਾ. So we have written there is a segment of people who have not any effect of such discoveries and never feel encouraged. ਇਹਦੇ ਪਿੱਛੇ ਕੁਝ ਵੀ ਰੀਜ਼ਨਸ ਹੋ ਸਕਦੀਆਂ, ਤਾਂ ਬੈਟਰ ਆ ਉਹ ਇੱਕ ਸਿੰਗਲ ਲਾਈਨ ਦੇ ਵਿੱਚ ਮੈਂ ਤੁਹਾਨੂੰ ਕਨਕਲੂਜਨ ਦੇ ਵਿੱਚ ਦੱਸੂਗਾ ਲਾਸਟ ਦੇ ਵਿੱਚ ਕਿ ਇਸ ਪੁਆਇੰਟ ਨੂੰ ਹੋਰ ਬੈਟਰ ਕਿਵੇਂ ਕਰ ਸਕਦੇ ਆਂਗੇ. ਦੈਨ ਹੁਣ ਜ਼ਰੂਰੀ ਹੈਗਾ ਆਪਣੇ ਲਈ ਕਿ ਅਸੀਂ ਇਸ ਟਾਸਕ ਦੇ ਵਿੱਚ ਕੀ ਕਰਾਂਗੇ, ਸਾਡਾ ਥੀਸਿਸ ਸਟੇਟਮੈਂਟ ਕੀ ਹੋਏਗਾ. ਤਾਂ ਮੈਂ ਜੋ ਲੋਕਾਂ ਨਾਲ ਸੀਗਾ ਕਿ ਕੁਝ ਲੋਕ ਇਹ ਤੋਂ ਸੋਚਦੇ ਆ ਕਿ ਕੋਈ ਫਰਕ ਨਹੀਂ ਪੈ ਰਿਹਾ ਉਹਨਾਂ ਨੂੰ, ਹਨਾ, ਪਰ ਮੈਂ ਕਨਵਿੰਸਡ ਹਾਂ
कि it's an important. So I will say, however, I'm largely convinced by this achievement. ठीक है, I'm largely convinced that I agree that it's a big step for mankind. ठीक है जी, ਹੁਣ ਆਪਣਾ ऐसे further ਕੀ ਕਰੇਗਾ? This essay will tend to elaborate its significance in subsequent paragraphs. ਕਿ ਸਾਡੇ ਲਈ ਕਿੱਦਾਂ ਫਾਇਦੇਮੰਦ ਆ, ਇਹਦੇ ਕੀ ਬੈਨੀਫਿਟਸ ਹੋਣਗੇ, ਅਸੀਂ ਫੋਲੋਇੰਗ ਪੈਰਾਗ੍ਰਾਫਸ ਦੇ ਵਿੱਚ ਇਸ ਚੀਜ਼ ਨੂੰ ਕਵਰ ਕਰਾਂਗੇ। ਸੋ ਬੋਡੀ ਪੈਰਾ 1 ਐਂਡ ਬੋਡੀ ਪੈਰਾ 2 ਜਾਣ ਤੋਂ ਪਹਿਲਾਂ ਆਪਣੇ ਲਈ ਕੀ ਜ਼ਰੂਰੀ ਹੈ ਕਿ ਪਲੈਨਿੰਗ ਆਪਾਂ BP 1 ਦੇ ਵਿੱਚ ਕੀ ਲਿਖਣਾ ਹੋਏਗਾ ਐਂਡ BP 2 ਦੇ ਵਿੱਚ ਕੀ ਲਿਖਣਾ ਹੋਏਗਾ। BP 1 ਦੇ ਵਿੱਚ ਅਗਰ ਆਪਾਂ ਲਿਖੀਏ ਕਿ ਅਸੀਂ ਸਪੇਸ ਦੇ ਬਾਰੇ ਕਿਉਂ ਜਾਣਨਾ ਚਾਹ ਰਹੇ ਹਾਂ, ਕੀ ਹੋਏਗਾ, ਇੱਕ ਹਮੇਸ਼ਾ ਆਪਣੇ ਅੰਦਰ ਕਿਉਰਿਓਸਿਟੀ ਰਹੀ ਹੈ ਨਾ, that people are curious to know more about the outer space ਬਾਰੇ ਹੋਰ ਉਹ ਜਾਣਨਾ ਚਾਹੁੰਦੇ ਆਗੇ। ਇੱਥੇ ਮੈਂ ਕੁਝ ਹੋਰ ਨਾਲ ਤੁਹਾਨੂੰ ਦੱਸ ਦੇਵਾਂ ਕਿ ਜਦੋਂ ਵੀ ਆਪਣੇ ਕੋਲੇ ਸਪੇਸ ਦੇ ਰਿਲੇਟਡ ਟੌਪਿਕ ਆਉਂਦਾ ਤਾਂ ਕੁਝ ਆਪਾਂ ਵੋਕੈਬ ਵਰਡਸ ਲਿਖ ਸਕਦੇ ਹਾਂ, ਲਾਈਕ celestial bodies, ਬਾਹਰ ਜੋ ਪਲੈਨਟਸ ਨੇ, ਸਟਾਰਸ, ਮੀਟੀਓਰਾइट्स, ਉਹਨਾਂ ਨੂੰ ਇੱਕ ਤਾਂ ਆਪਾਂ celestial bodies ਕਹਿ ਸਕਦੇ ਹਾਂ ਐਂਡ ਦੂਸਰਾ ਆਪਾਂ ਕਹਿ ਸਕਦੇ ਹੁੰਦੇ ਹਾਂ heavenly bodies। ਕਲੀਅਰ? ਜਿੱਦਾਂ ਮੂਨ ਜਾਂ ਕੁਝ ਵੀ, ਉਹਨਾਂ ਲਈ ਆਪਾਂ ਇਹ ਟਰਮਸ ਵੀ ਯੂਜ਼ ਕਰ ਸਕਦੇ ਹਾਂ। ਚਲੋ ਆਪਾਂ ਆਉਣੇ BP 1 ਤੇ। BP 1, knowing more about space has always been a curiosity। ਲੋਕਾਂ ਦੇ ਲਈ ਹਮੇਸ਼ਾ ਇਹ ਕੀ ਰਿਹਾ, ਇੱਕ curiosity ਰਿਹਾ। ਦੂਸਰਾ ਗੱਲ ਸੀਗਾ ਕਿ existence of life। ਦੂਸਰਾ ਕੀ ਹੁੰਦਾ, curiosity ਕਿਸ ਗੱਲ ਦੀ ਹੈ ਕਿ ਕਿਸੇ ਹੋਰ ਪਲੈਨਟ ਤੇ ਲਾਈਫ ਐਗਜ਼ਿਸਟ ਕਰਦੀ ਹੈ ਜਾਂ ਨਹੀਂ, existence of life in the outer space, ਇਸ ਚੀਜ਼ ਨੂੰ ਲੈ ਕੇ ਚੱਲਾਂਗੇ। ਐਂਡ ਇਸ ਤੋਂ ਬਿਨਾ ਹੋਰ ਕੀ ਰਹੇਗਾ ਆਪਣੇ ਪਾਸ, ਇੱਕ ਹੋਰ ਰਹਿੰਦਾ ਕਿ ਹਾਊ ਇਟ ਵਿਲ ਬੀ ਬੈਨੀਫੀਸ਼ੀਅਲ, ਕਿ ਲੋਕਾਂ ਲਈ ਕਿਵੇਂ ਬੈਨੀਫੀਸ਼ੀਅਲ ਹੋਊਗਾ, ਉਹ ਚੀਜ਼ਾਂ ਲੈ ਕੇ। ਕਿਉਂਕਿ ਕੋਈ ਵੀ ਅਚੀਵਮੈਂਟ ਹੋਈ ਆ, ਜਿਹੜੇ ਲਰਨਰਸ ਨੇਗੇ ਉਹਨਾਂ ਲਰਨਰਸ ਨੂੰ ਇਹ ਐਂਥੂਸੀਆਸਟਿਕ ਹੋਏਗਾ ਕਿ ਉਹ ਸੇਮ ਫੀਲਡ ਦੇ ਵਿੱਚ ਫਰਦਰ ਹੋਰ ਐਫਰਟਸ ਕਰਨ ਐਂਡ ਵਧੀਆ ਕਰ ਸਕਦੇ ਹੈਗੇ। ਠੀਕ ਹੈ, ਸੋ ਦਿਸ ਆਈ ਵਿਲ ਐਕਸਪਲੇਨ ਇਨ BP 1 ਐਂਡ BP 2।